सत श्री अकाल जी। चैनल पंजाबी देख रहे सारे दर्शकों का मैं शरी स्वागत करदी हां। बुलेटिन का आगाज कर लैंदे हां हैडलाइंस दे नाल। पहले ते दूजी वैक्सीन डोज के वक्फे नूं घटाउण ते कर रहा है विचार। कमजोर लोग होणगे दूजी खुराक के लिए मुहरली कतार च शामिल। सरी बोर्ड ऑफ ट्रेड के वलों कैनेडा अमरीका सरहद खोलण की की अपील। गैर जरूरी यात्रा के लिए दोहां मुल्कों की सरहद कदों खुलेगी, अजे नहीं कोई तारीख तय। वैस्टर्न यूनीवर्सिटी के रहने वाले ते पढ़न वाले हर विद्यार्थी ते स्टाफ का वैक्सीनेट होना लाजमी। यूनीवर्सिटी ने अंदर आने तो पहला एक खुराक वैक्सीन लैन का किया ऐलान। खबर विस्तार के नाल बीसी उम्मीद कर रहा है कि वह कोविड-19 टीकियां की पहली ते दूजी खुराक के विचाले वक्फे बारे ਵਧੇਰੇ ਜਿਹੜੀ ਹੈ ਉਹ ਜਾਣਕਾਰੀ ਹਾਸਲ ਕਰਨਗੇ। ਇਹ ਉਸ ਵੇਲੇ ਸੋਚ ਵਿਚਾਰ ਹੋ ਰਿਹਾ ਹੈ ਜਦੋਂ BC ਨੇ ਆਪਣੀ ਮੁੜ ਚਾਲੂ ਯੋਜਨਾ ਦਾ ਖੁਲਾਸਾ ਕੀਤਾ ਹੈ। ਮੌਜੂਦਾ ਸਮੇਂ ਦੇ ਮੁਤਾਬਕ ਪਹਿਲੀ ਤੇ ਦੂਜੀ ਖੁਰਾਕ ਦਾ ਜਿਹੜਾ ਹੈ ਉਹ ਜਿਸ ਤਰੀਕੇ ਨਾਲ ਖੁਲਾਸਾ ਹੋਇਆ ਉਸ ਮੁਤਾਬਕ ਇਸ ਵਿਚਕਾਰ ਦਾ ਜਿਹੜਾ ਸਮਾਂ 16 ਹਫ਼ਤਿਆਂ ਦਾ ਹੈ। ਹਾਲਾਂਕਿ ਹੈਨਰੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇਹ ਬਦਲਣ ਜਾ ਰਿਹਾ ਹੈ। ਅਸੀਂ ਹਰੇਕ ਦੇ ਲਈ ਦੂਜੀ ਖੁਰਾਕ ਨੂੰ ਵਧਾ ਰਹੇ ਹਾਂ, ਪਰ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜੋ ਬਜ਼ੁਰਗ ਨੇ, ਉਹਨਾਂ ਲੋਕਾਂ ਦੀ ਪ੍ਰਤੀਰੋਧੀ ਸਮਝੌਤਾ ਕਰਨ ਵਾਲੀਆਂ ਸਥਿਤੀਆਂ ਜਿਹੜੀਆਂ ਨੇ, ਉਹ ਲੋਕ ਜੋ ਸਾਡੀ ਡਾਕਟਰੀ ਤੌਰ ਦੇ ਉੱਤੇ ਬਹੁਤ ਕਮਜ਼ੋਰ ਸੂਚੀ ਦੇ ਵਿੱਚ ਨੇ, ਮੋਹਰੀ ਕਤਾਰ 'ਚ ਹੋਣਗੇ। BC 'ਚ ਹੋਰ ਟੀਕੇ ਮਿਲਦਿਆਂ ਹੀ ਇਹ ਵਾਪਰ ਜਾਏਗਾ। BC ਦੀ ਕੋਵਿਡ-19 ਦੇ ਨੰਬਰਾਂ ਦੇ ਵਿੱਚ ਰੋਜ਼ਾਨਾ ਹਫ਼ਤਿਆਂ ਦੇ ਵਿੱਚ ਗਿਰਾਵਟ ਜਿਹੜੀ ਹੈ ਦੇਖੀ ਜਾ ਰਹੀ ਹੈ। ਹਾਲਾਂਕਿ ਚਿੰਤਾ ਦੀਆਂ ਕਿਸਮਾਂ ਇਸ ਪ੍ਰਾਂਤ ਦੇ ਨਾਲ-ਨਾਲ ਦੇਸ਼ ਭਰ ਦੇ ਵਿੱਚ ਅਜੇ ਵੀ ਮੌਜੂਦ ਨੇ। ਜਦੋਂ ਇੱਕ ਜਾਂ ਦੋ ਖੁਰਾਕਾਂ ਤੋਂ ਬਾਅਦ ਵੇਰੀਐਂਟ ਦੇ ਜਿਹੜੇ ਜਵਾਬ ਬਾਰੇ ਪੁੱਛਿਆ ਤਾਂ ਹੈਨਰੀ ਨੇ ਕਿਹਾ ਹੈ ਤਣਾਅ ਨੂੰ ਕਾਫੀ ਨੇੜਿਓਂ ਪਰਖਿਆ ਜਾ ਰਿਹਾ ਹੈ, ਪਰ ਸਾਨੂੰ ਇਹ ਵੀ ਜਾਣਨ ਦੀ ਲੋੜ ਹੈ ਕਿ ਅਸੀਂ ਚਿੰਤਾ ਦੇ ਇਹਨਾਂ ਸਾਰੇ ਰੂਪਾਂ ਤੇ ਸਾਡੇ ਸਮੂਹਾਂ ਦੇ ਵਿੱਚ ਫੈਲਣ ਵਾਲੀਆਂ ਸਾਰੀਆਂ ਕਿਸਮਾਂ ਦੇ ਰੂਪਾਂ ਦੇ ਵਿਰੁੱਧ ਸੰਚਾਰ ਕਾਰਜ ਨੂੰ ਘਟਾਉਣ ਦੇ ਲਈ ਉਪਾਅ ਕੀ ਕਰੀਏ। ਇਹਨਾਂ ਸਾਰੇ ਰੂਪਾਂ ਦੇ ਵਿਰੁੱਧ ਸੰਚਾਰ ਕਾਰਜ ਨੂੰ ਘਟਾਉਣ ਦੇ ਲਈ ਜੋ ਉਪਰਾਲੇ ਅਸੀਂ ਕਰ ਸਕਦੇ ਹਾਂ, ਉਹ ਸਾਰੇ ਤਣਾਅ ਜੋ ਸਾਡੀ ਕਮਿਊਨਿਟੀ ਦੇ ਦੁਆਲੇ ਘੁੰਮ ਰਹੇ ਨੇ ਉਹਨਾਂ ਨੂੰ ਰੋਕਣ ਦੇ ਲਈ ਪਹਿਲਾਂ ਦੀ ਯੋਜਨਾ ਦੇ ਮੁਤਾਬਕ ਚੱਲਣਾ ਜਾਰੀ ਰੱਖਣਾ ਪਏਗਾ। ਇਸ ਲਈ ਹੌਲੀ ਹੌਲੀ ਹੀ ਅਸੀਂ ਅੱਗੇ ਵਧ ਰਹੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਦੋਵਾਂ ਖੁਰਾਕਾਂ ਦੇ ਵਧੇਰੇ ਵਿਅਕਤੀਗਤ ਸੁਰੱਖਿਆ ਪ੍ਰਦਾਨ ਕਰਦਿਆਂ ਨੇ, ਹਾਲਾਂਕਿ ਉਸਨੇ ਨੋਟ ਕੀਤਾ ਹੈ ਕਿ ਸਮੁੱਚੀ ਕਮਿਊਨਿਟੀ ਸੁਰੱਖਿਆ ਦੀ ਵਧੇਰੇ ਮਹੱਤਤਾ ਹੈ। ਹੈਨਰੀ ਨੇ ਕਿਹਾ ਹੈ ਕਿ ਸਾਨੂੰ ਇੱਕ ਖੁਰਾਕ ਦੇ ਨਾਲ ਹਰੇਕ ਦੀ ਵਿਅਕਤੀਗਤ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਸ਼ੁਰੂ ਕਰਦੇ ਹੋਏ ਜਿਨ੍ਹਾਂ ਨੂੰ ਕੋਵਿਡ-19 ਤੋਂ ਗੰਭੀਰ ਬਿਮਾਰੀ ਜਾਂ ਮੌਤ ਹੋਣ ਦੀ ਸੰਭਾਵਨਾ ਹੈ। ਪ੍ਰਸਤਾਵਿਤ ਟੀਕਾਕਰਨ ਦੀਆਂ ਦਰਾਂ ਸਿਰਫ ਪਹਿਲਾਂ ਦਿੱਤੀਆਂ ਜਾਣ ਵਾਲੀਆਂ ਖੁਰਾਕਾਂ ਦੇ ਆਧਾਰ ਤੇ ਨੇ। ਹਾਲਾਂਕਿ ਹੈਨਰੀ ਨੇ ਕਿਹਾ ਹੈ ਕਿ ਰਣਨੀਤੀ ਨੂੰ ਜ਼ਰੂਰਤ ਮੁਤਾਬਕ ਬਦਲਣ ਦੀ ਵੀ ਲੋੜ ਹੈ। ਤੁਸੀਂ ਵੀ ਇੰਤਜ਼ਾਰ ਕਰ ਰਹੇ ਹੋਗੇ ਕਦੋਂ ਖੁੱਲਣਗੇ ਕੈਨੇਡਾ ਅਮਰੀਕਾ ਦੇ ਬਾਰਡਰ। ਤਾਂ ਅਜੇ ਦੱਸ ਦਈਏ ਕਿ ਸਰੀ ਬੋਰਡ ਆਫ ਟ੍ਰੇਡ ਨੇ ਇਸ ਦੇ ਲਈ ਹੰਭਲਾ ਮਾਰਿਆ, ਪਰ ਅਜੇ ਸਰਹੱਦ ਖੋਲ੍ਹਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ। ਹਾਲਾਂਕਿ ਵੈਕਸੀਨੇਸ਼ਨ ਪ੍ਰਕਿਰਿਆ ਇਸ਼ਾਰਾ ਇਹ ਕਰ ਰਹੀ ਹੈ ਜਲਦੀ ਤੋਂ ਜਲਦੀ ਯਾਨੀ ਮੁੜ ਖੁੱਲ ਸਕਦਾ ਹੈ, ਪਰ ਨਿਯਮ ਕੀ ਤੈਅ ਹੋਣਗੇ ਇਸ ਬਾਰੇ ਅਜੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਕਾਰੋਬਾਰੀ ਜਿਹੜੇ ਨੇ ਉਹ ਇਸ ਸਰਹੱਦ ਦੇ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। ਸਰੀ ਬੋਰਡ ਆਫ ਟ੍ਰੇਡ ਤੇ ਕਾਰੋਬਾਰੀਆਂ ਦੇ ਮੁਤਾਬਕ ਜੂਨ ਦੇ ਅਖੀਰ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਨਾਲ ਲੱਗਦੀ ਆਪਣੀ ਸਰਹੱਦ ਨੂੰ ਮੁੜ ਖੁੱਲਦੇ ਦੇਖਣਾ ਚਾਹੁੰਦੇ ਨੇ ਤਾਂ ਜੋ BC ਸਰਹੱਦੀ ਸ਼ਹਿਰ 49ਵੇਂ ਪੈਰਲਲ ਦੇ ਦੋਵਾਂ ਥਾਵਾਂ ਤੇ ਵਰਤਣ ਵਾਲੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਕੈਨੇਡਾ ਤੇ ਵਧੇਰੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਨੇ। ਸਰੀ ਬੋਰਡ ਆਫ ਟ੍ਰੇਡ ਚਾਹੁੰਦਾ ਹੈ ਕਿ ਸਥਾਨਕ ਕਾਰੋਬਾਰਾਂ ਨੂੰ ਗੱਲਬਾਤ ਦੇ ਲਈ ਆਵਾਜ਼ ਚੁੱਕਣ ਅਤੇ ਇਹ ਕਹਿੰਦੇ ਹੋਏ ਕਿ ਸ਼ਹਿਰ ਬਹੁਤ ਸਾਰੇ ਕਾਰੋਬਾਰਾਂ ਤੇ ਲੋਕਾਂ ਦਾ ਘਰ ਹੈ ਜੋ ਚਿੰਤਤ ਨੇ ਤੇ ਯਾਤਰਾ ਪਾਬੰਦੀਆਂ ਨੂੰ ਹਟਾਉਣ ਦੇ ਨਾਲ ਸਿੱਧਾ ਅਸਰ ਪਵੇਗਾ। ਸਰੀ ਬੋਰਡ ਆਫ ਟ੍ਰੇਡ ਦੀ CEO ਅਨੀਤਾ ਹਬਰਮੈਨ ਨੇ ਸਮਝਾਇਆ ਕਿ ਸਰੀ ਦੇ ਵਿੱਚ ਸਾਡੇ ਕੋਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਭ ਤੋਂ ਵੱਧ ਨਿਰਮਾਤਾ ਨੇ। ਬਾਰਡਰ ਦੇ ਪਾਰ ਬਹੁਤ ਸਾਰੇ ਲੋਕਾਂ ਦੀ ਆਵਾਜਾਈ ਹੈ। ਅਸੀਂ ਇੱਕ ਸਰਹੱਦੀ ਸ਼ਹਿਰ ਹਾਂ, ਕੋਈ ਖਾਸ ਤਾਰੀਖ ਦਿੱਤੇ ਬਿਨਾ। ਹਾਲਾਂਕਿ ਫੈਡਰਲ ਚੀਫ ਪਬਲਿਕ ਹੈਲਥ ਅਫਸਰ ਡਾਕਟਰ ਥੈਰੇਸਾ ਟੈਮ ਨੇ ਇਸ਼ਾਰਾ ਕੀਤਾ ਹੈ ਕਿ ਕੁਝ ਸਰਹੱਦੀ ਨੀਤੀਆਂ ਦੇ ਵਿੱਚ ਤਬਦੀਲੀਆਂ ਜਲਦੀ ਆਉਣ ਵਾਲੀਆਂ ਨੇ। ਹਾਲਾਂਕਿ ਹੁਬਰਮੈਨ ਦਾ ਇਹ ਕਹਿਣਾ ਹੈ ਕਿ ਕਾਰੋਬਾਰ ਬਿਲਕੁਲ ਹਨੇਰੇ ਦੇ ਵਿੱਚ ਨੇ। ਉਹ ਵਿਆਪਕ ਪੂਰਕ ਯੋਜਨਾਬੰਦੀ ਦੀ ਜ਼ਰੂਰਤ ਤੇ ਜ਼ੋਰ ਦਿੰਦੇ ਨੇ ਜਿਸ ਵਿੱਚ ਪ੍ਰਾਈਵੇਟ ਸੈਕਟਰ ਦੇ ਨਾਲ ਗੱਲਬਾਤ ਵੀ ਸ਼ਾਮਿਲ ਹੈ ਜੇ ਕੈਨੇਡਾ ਲੈਂਡ ਬਾਰਡਰ ਨੂੰ ਮੁੜ ਖੋਲ੍ਹਣ ਦੇ ਵੱਲ ਵਧ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਸੱਚਾਈ ਬਾਰੇ ਚਿੰਤਤ ਹਾਂ ਕਿ ਇੱਥੇ ਕੋਈ ਸਲਾਹ ਮਸ਼ਵਰਾ ਨਹੀਂ ਹੋਇਆ। ਸਾਂਝੇ ਫੈਸਲੇ ਜਿਸ ਦੇ ਵਿੱਚ ਦੋਹਾਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਦੀ ਲੋੜ ਹੈ ਇਹ ਅਜੇ ਝਟਕੇ ਵਰਗਾ ਹੀ ਹੈ। ਸਿਹਤ ਤੇ ਸੁਰੱਖਿਆ ਪ੍ਰੋਟੋਕੋਲ ਨੂੰ ਯਕੀਨੀ ਬਣਾਉਣ ਦੇ ਲਈ ਸਰਹੱਦ ਦੇ ਦੋਵਾਂ ਪਾਸਿਆਂ ਤੇ ਮਹੱਤਵਪੂਰਨ ਯੋਜਨਾਬੰਦੀ ਕਰਨ ਦੀ ਲੋੜ ਹੈ। ਇਹ ਦੇਖਣ ਦੇ ਲਈ ਕਿ ਸਾਰੀ ਵਿਧੀ ਤਰਤੀਬ ਮੁਤਾਬਕ ਹੈ। ਮੌਜੂਦਾ ਪਾਬੰਦੀਆਂ ਜੋ ਕਿ ਦੋਵਾਂ ਦੇਸ਼ਾਂ
ਦੇਸ਼ਾਂ ਦਰਮਿਆਨ ਜ਼ਮੀਨੀ ਤੌਰ ਤੇ ਸਭ ਤੋਂ ਜ਼ਿਆਦਾ ਗੈਰ ਜ਼ਰੂਰੀ ਯਾਤਰਾਵਾਂ ਨੂੰ ਸੀਮਿਤ ਕਰਦੀਆਂ ਨੇ ਦੀ ਮਿਆਦ 21 ਜੂਨ ਤੱਕ ਤੈਅ ਹੈ। ਉਹਨਾਂ ਨੂੰ ਮਾਰਚ 2020 ਦੇ ਵਿੱਚ ਪਹਿਲਾਂ ਪੇਸ਼ ਕੀਤਾ ਗਿਆ ਸੀ ਤੇ ਉਦੋਂ ਤੋਂ ਇੱਕ ਮਾਸਕ ਆਧਾਰ ਤੇ ਵਧਾਇਆ ਗਿਆ ਹੈ। ਜੇ ਸੰਯੁਕਤ ਰਾਜ ਇਸ ਬਿੰਦੂ ਤੇ ਦੁਬਾਰਾ ਖੁੱਲਣਾ ਚਾਹੁੰਦਾ ਹੈ ਤਾਂ ਅਜੇ ਵੀ ਕੈਨੇਡਾ ਦੇ ਵਿੱਚ ਜਾਣ ਤੇ ਪਾਬੰਦੀ ਹੋਵੇਗੀ, ਜਿਸ ਦੇ ਵਿੱਚ ਵੱਖ-ਵੱਖ ਸ਼ਰਤਾਂ ਸ਼ਾਮਿਲ ਨੇ। ਇਹ ਸੰਭਾਵਤ ਤੌਰ ਤੇ ਹੋਰ ਯਾਤਰਾ ਨੂੰ ਵੀ ਗੁੰਝਲਦਾਰ ਬਣਾਵੇਗੀ। ਲੋਕਾਂ ਦੇ ਲਈ ਦੂਜੀਆਂ ਵੱਖਰੀਆਂ ਮੰਗਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਦੇ ਰਾਹ ਖੁੱਲਣਗੇ, ਜਿਵੇਂ ਕਿ ਸਰਕਾਰ ਦੁਆਰਾ ਨਿਰਧਾਰਿਤ ਹੋਟਲ ਦੇ ਵਿੱਚ 3 ਰਾਤ ਤੱਕ ਠਹਿਰਨਾ। ਹੁਬਰਮੈਨ ਦਾ ਕਹਿਣਾ ਹੈ ਕਿ ਸਰਹੱਦ ਸਿਰਫ ਇੱਕ ਤਰੀਕੇ ਦੇ ਨਾਲ ਖੁੱਲਣ ਦਾ ਕੈਨੇਡਾ ਦੇ ਕਾਰੋਬਾਰ ਨੂੰ ਨੁਕਸਾਨ ਹੋ ਸਕਦਾ ਹੈ। ਯਾਤਰਾ ਤੇ ਖਰੀਦਦਾਰੀ ਵਰਗੀਆਂ ਚੀਜ਼ਾਂ ਦੇ ਲਈ ਬਹੁਤ ਸਾਰੇ ਲੋਕਾਂ ਦੇ ਦਖਲ ਵੱਲ ਜਾਣ ਦੀ ਸੰਭਾਵਨਾ ਹੈ। ਲੋਕ ਬਾਹਰ ਨਿਕਲਣ, ਤੁਰਨ ਫਿਰਨ, ਯਾਤਰਾ ਕਰਨ ਬਾਰੇ ਸੋਚਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਕੁਝ ਲੋਕ ਮੌਕਾ ਲੈਣਗੇ ਤੇ ਸਰਹੱਦ ਤੋਂ ਪਾਰ ਜਾਣਗੇ ਤੇ ਉੱਥੇ ਪੈਸਾ ਖਰਚਣਗੇ। ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਪ੍ਰਚੂਨ ਵਿਕਰੇਤਾ, ਟੂਰਿਜ਼ਮ, ਹੌਸਪਿਟੈਲਿਟੀ ਤੇ ਮਾਲੀਏ ਦੇ ਹਿਸਾਬ ਦੇ ਨਾਲ ਨੁਕਸਾਨ ਵੇਖਣਾ ਜਾਰੀ ਰਹੇਗਾ। ਸਰੀ ਦੇ ਵਿੱਚ ਹੀ ਨਹੀਂ ਬਲਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ। ਮਈ ਦੇ ਸ਼ੁਰੂ ਦੇ ਵਿੱਚ ਬਲੂਮਬਰਗ ਨੇ ਦੱਸਿਆ ਕਿ ਜ਼ਮੀਨ ਦੀ ਸਰਹੱਦ ਨੂੰ ਮੁੜ ਖੋਲਣ ਬਾਰੇ ਕੈਨੇਡਾ ਦੇ ਵਿੱਚ ਸੰਘੀ ਸਰਕਾਰ ਵਿੱਚ ਮੁੱਢਲੀ ਗੱਲਬਾਤ ਜਿਹੜੀ ਹੈ ਉਹ ਹੋ ਗਈ ਸੀ। ਆਊਟਲੈਟ ਨੇ ਕਈ ਸਰੋਤਾਂ ਦਾ ਹਵਾਲਾ ਦਿੰਦੇ ਦੱਸਿਆ ਕਿ ਟਰੂਡੋ ਸਰਕਾਰ ਦੇ ਵੱਲੋਂ ਵਿਚਾਰਿਆ ਜਾ ਰਿਹਾ ਇਹ ਵੀ ਇੱਕ ਪ੍ਰਸਤਾਵ ਇਹ ਸੀ ਕਿ 1-2 ਟਰੈਕ ਸਿਸਟਮ ਲਾਗੂ ਕੀਤੇ ਜਾਣ, ਜਿਸ ਨਾਲ ਟੀਕੇ ਲਗਾਉਣ ਵਾਲੇ ਯਾਤਰੀਆਂ ਦੇ ਲਈ ਵੱਖਰੀ ਕੁਆਰੰਟੀਨ ਤੇ ਜਾਂਚ ਦੇ ਉਪਾਅ ਹੋ ਸਕਣ। ਟੀਕਾਕਰਨ ਮੁਹਿੰਮਾਂ ਨੇ ਪਿਛਲੇ ਮਹੀਨਿਆਂ ਦੇ ਵਿੱਚ ਸਰਹੱਦ ਦੇ ਦੋਵਾਂ ਪਾਸਿਆਂ ਤੇ ਮਹੱਤਵਪੂਰਨ ਵਾਧਾ ਕੀਤਾ ਹੈ। ਹੁਬਰਮੈਨ ਦਾ ਕਹਿਣਾ ਹੈ ਕਿ ਉਹ ਸਮਝਦੇ ਨੇ ਕਿ ਮਹਾਮਾਰੀ ਦੇ ਸੰਘਣੇ ਹਿੱਸੇ ਵਿੱਚ ਗੈਰ ਜ਼ਰੂਰੀ ਲੋੜੀਂਦੇ ਟ੍ਰੈਫਿਕ ਲਈ ਲੈਂਡਿੰਗ ਕ੍ਰਾਸਿੰਗ ਨੂੰ ਬੰਦ ਕਰਨਾ ਕਿਉਂ ਜ਼ਰੂਰੀ ਸੀ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਰਾਜ ਨੇ BC ਨੂੰ ਪਛਾੜਦਿਆਂ ਇਸ ਦੇ ਟੀਕਾਕਰਨ ਨੰਬਰਾਂ ਤੇ ਆਮ ਦੀ ਤਰ੍ਹਾਂ ਜ਼ਿੰਦਗੀ ਲਿਆਉਣ ਦੇ ਵਿੱਚ ਤੇਜ਼ੀ ਦਿਖਾਈ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਉਹਨਾਂ ਉਦਯੋਗਾਂ ਦੇ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ ਜਿਸ ਤੇ ਦੋਵਾਂ ਦੇਸ਼ ਜਿਹੜੇ ਨੇ ਉਹ ਨਿਰਭਰ ਨੇ, ਜਿਵੇਂ ਕਿ ਟੂਰਿਜ਼ਮ, ਹੌਸਪਿਟੈਲਿਟੀ, ਆਰਟਸ ਐਂਡ ਕਲਚਰ, ਇੱਥੋਂ ਤੱਕ ਕਿ ਸਾਡਾ ਨਿਰਮਾਣ, ਜਿੱਥੇ ਬਹੁਤ ਸਾਰੇ ਕਾਰੋਬਾਰ ਮਹਾਮਾਰੀ ਦੇ ਦੌਰਾਨ ਖੁੱਲ੍ਹੇ ਹੋਣ ਦੇ ਯੋਗ ਬਣ ਗਏ ਸਨ ਕਿਉਂਕਿ ਇੱਕ ਅਸੈਂਸ਼ੀਅਲ ਸਰਵਿਸ ਦਾ ਲੇਬਲ ਲਗਾਇਆ ਗਿਆ ਸੀ ਤੇ ਕੁਝ ਕਾਮਿਆਂ ਨੂੰ ਸਰਹੱਦ ਪਾਰ ਕਰਨ ਦੀ ਲੋੜ ਹੈ। ਜਦੋਂ ਇਸ ਸਰਹੱਦ ਨੂੰ ਨਿੱਜੀ ਖੇਤਰ ਦੇ ਨਾਲ ਮਿਲ ਕੇ ਦੁਬਾਰਾ ਖੋਲ੍ਹਿਆ ਜਾਂਦਾ ਹੈ ਤਾਂ ਸਾਨੂੰ ਕੁਝ ਹੱਦ ਤੱਕ ਤੇਜ਼ੀ, ਸੰਵਾਦ ਤੇ ਕੁਸ਼ਲਤਾ ਦਿਖਾਉਣ ਦੀ ਲੋੜ ਹੈ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਹਾਂ। ਹੁਬਰਮੈਨ ਦਾ ਕਹਿਣਾ ਹੈ ਕਿ ਸਰੀ ਬੋਰਡ ਆਫ ਟ੍ਰੇਡਿੰਗ ਵਾਸ਼ਿੰਗਟਨ ਰਾਜ ਦੇ ਕੁਝ ਹਮਰੁਤਬਾ ਦੇ ਤੱਕ ਪਹੁੰਚ ਚੁੱਕੀ ਹੈ। ਉਹਨਾਂ ਨੋਟ ਕੀਤਾ ਹੈ ਕਿ ਉਹ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਯੋਜਨਾਬੰਦੀ ਲਾਜ਼ਮੀ ਹੈ। ਸਰੀ ਬੋਰਡ ਆਫ ਟ੍ਰੇਡ ਵੀ BC ਚੈਂਬਰ ਆਫ ਕਾਮਰਸ ਨੂੰ ਸਮਰਥਨ ਦੇਣ ਦੇ ਲਈ 2 ਨੀਤੀਆਂ ਦੇ ਪ੍ਰਸਤਾਵ ਦੀ ਯੋਜਨਾ ਬਣਾ ਰਿਹਾ ਹੈ। ਉਹਨਾਂ ਵਿੱਚ ਕਾਰੋਬਾਰਾਂ ਦੇ ਨਾਲ ਸਲਾਹ ਮਸ਼ਵਰੇ ਦੇ ਨਾਲ ਹਵਾਈ ਆਵਾਜਾਈ ਉਦਯੋਗ ਲਈ ਇੱਕ ਵਿਆਪਕ ਯੋਜਨਾ ਵੀ ਸ਼ਾਮਿਲ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। NDP ਆਗੂ ਜਗਮੀਤ ਸਿੰਘ ਨੇ ਜੁਲਾਈ ਅਤੇ ਅਗਸਤ ਦੇ ਲਈ ਕੈਨੇਡਾ ਰਿਕਵਰੀ ਬੈਨੀਫਿਟ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਪ੍ਰਸਤਾਵਿਤ ਕਰਨ ਲਈ 800 ਮਿਲੀਅਨ ਡਾਲਰ ਦੀ ਰਾਸ਼ੀ ਦੇ ਵਿੱਚ ਕਟੌਤੀ ਕਰਨ ਤੇ ਬੈਂਕ ਫੀਸਾਂ ਦੇ ਵਿੱਚ ਵਾਧੇ ਤੇ ਵਿਚਾਰ ਚਰਚਾ ਕੀਤੀ ਹੈ। ਉਹਨਾਂ ਕਿਹਾ ਕਿ ਅਜੇ ਵੀ ਅਸੀਂ ਮਹਾਮਾਰੀ ਦੀ ਭਿਆਨਕ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ। ਅਜੇ ਵੀ ਚੀਜ਼ਾਂ ਸਾਡੇ ਲਈ ਆਸਾਨ ਨਹੀਂ ਹੈ। ਅਜਿਹੇ ਦੇ ਵਿੱਚ ਲੋਕਾਂ ਨੂੰ ਬੈਨੀਫਿਟ ਰਿਕਵਰੀ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। Let's start off 2 things I want to share with you. First off is we are still in the middle of the pandemic. Things are still very volatile. We see numbers increasing and a situation developing in Manitoba that is really worrying. We're seeing people having to be sent to Ontario because the ICU units in Manitoba are being overrun. Things are bad. And we know that there are going to be continued risks and fears until we all get vaccinated. Despite the fact that there are still millions of Canadians that cannot go back to work, their sectors are still shut down. There are over 2 million Canadians that are still, or almost 2 million Canadians that are still using the CRB. The Liberal government is going to cut the help that these families receive by $800 a month for July and August. That is absurd. And what should happen is people should continue to receive help until we are fully reopened and people can go back to work and go back to their sectors. The fact that Justin Trudeau is cutting help to these people who are amongst the most desperate, the people who cannot go back to work, whose sectors continue to be closed, and we know there's many sectors that are still shut down. That's nearly 2 million Canadians that are going to be infected by the Liberals' decision to cut help to these people by $800 a month. And so we are fighting to stop that cut, as we have throughout the pandemic, fighting to keep help going for people that need it. And we're going to continue to use the tools we have to fight for that. The second thing I want to talk about, again, is the fact that in this pandemic, it is very clear that people have suffered. People have been hard hit by this, but big banks haven't been. In fact, big banks have posted profits, and some of them have posted record profits. They've made billions of dollars. They took public money. They made billions of dollars of profit. And now on top of it all, they are increasing bank fees
in the midst of a pandemic. ਵੈਸਟਰਨ ਯੂਨੀਵਰਸਿਟੀ ਦੇ ਵਿੱਚ ਰਹਿਣ ਵਾਲੇ ਚਾਹੇ ਉਹ ਵਿਦਿਆਰਥੀ ਨੇ ਜਾਂ ਸਟਾਫ, ਸਾਰਿਆਂ ਦੇ ਵੈਕਸੀਨ ਦੀ ਇੱਕ ਡੋਜ਼ ਜਿਹੜੀ ਹੈ ਉਹ ਜ਼ਰੂਰ ਲੱਗਣੀ ਚਾਹੀਦੀ ਹੈ। ਯੂਨੀਵਰਸਿਟੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਆਉਣ ਤੋਂ ਪਹਿਲਾਂ ਵੈਕਸੀਨ ਹਰ ਸ਼ਖਸ ਤੇ ਲੱਗੀ ਹੋਣੀ ਚਾਹੀਦੀ ਹੈ। ਜਾਂਚ ਕੇਂਦਰ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ ਤੇ ਕੈਂਪਸ ਨੇ ਵੈਕਸੀਨ ਕਲੀਨਿਕ ਗਰਮੀਆਂ ਤੱਕ ਖੁੱਲ੍ਹਣ ਦੀ ਉਮੀਦ ਜਤਾਈ ਹੈ। ਵੈਸਟਰਨ ਯੂਨੀਵਰਸਿਟੀ ਦੇ ਇਸ ਦੇ ਨਾਲ ਸੰਬੰਧਿਤ ਕਾਲਜਾਂ ਦੇ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੋਵਿਡ-19 ਦੀ ਘੱਟੋ-ਘੱਟ ਇੱਕ ਖੁਰਾਕ ਲੈਣੀ ਪਵੇਗੀ। ਯੂਨੀਵਰਸਿਟੀ ਦੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਪੂਰੀ ਵਿਅਕਤੀਗਤ ਕਲਾਸਾਂ ਦੇ ਵਿੱਚ ਵਾਪਸ ਆਉਣ ਦੀ ਯੋਜਨਾ ਹੈ। ਵੀਰਵਾਰ ਨੂੰ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਟੀਕਾਕਰਨ ਲਈ ਕਿਹਾ ਜਾਏਗਾ। ਇਸ ਵਿੱਚ ਅਸਫਲ ਰਹਿਣ ਤੇ ਉਹਨਾਂ ਨੂੰ ਆਉਣ-ਜਾਣ ਦੇ ਤਰੀਕੇ ਦੇ ਹਿਸਾਬ ਦੇ ਨਾਲ 14 ਦਿਨਾਂ ਦੇ ਵਿੱਚ ਕੈਂਪਸ 'ਚ ਟੀਕਾ ਲਗਾਉਣਾ ਹੋਵੇਗਾ। ਉਹ ਲੋਕ ਜਿਨ੍ਹਾਂ ਨੂੰ ਮੈਡੀਕਲ ਜਾਂ ਓਨਟਾਰੀਓ ਹਿਊਮਨ ਰਾਈਟ ਕੋਡ ਦੇ ਅਧੀਨ ਹੋਰ ਸੁਰੱਖਿਅਤ ਆਧਾਰਾਂ ਦੇ ਲਈ ਟੀਕਾ ਨਹੀਂ ਲਗਾਇਆ ਜਾ ਸਕਦਾ, ਉਹ ਰਿਹਾਇਸ਼ ਦੀ ਬੇਨਤੀ ਕਰ ਸਕਦੇ ਨੇ। ਯੂਨੀਵਰਸਿਟੀ ਨੇ ਅੱਗੇ ਕਿਹਾ ਹੈ ਕਿ ਮਿਡਲਸੈਕਸ ਲੰਡਨ ਹੈਲਥ ਯੂਨਿਟ ਨੇ ਇਸ ਯੋਜਨਾ ਦਾ ਸਮਰਥਨ ਕੀਤਾ ਹੈ। ਸਿਹਤ ਵਿਭਾਗ ਦੇ ਮੈਡੀਕਲ ਅਫਸਰ ਡਾਕਟਰ ਕ੍ਰਿਸ ਮੈਕੀ ਦਾ ਯੂਨੀਵਰਸਿਟੀ ਦੇ ਪ੍ਰਧਾਨ ਐਲਨ ਨੂੰ ਇੱਕ ਪੱਤਰ ਲਿਖਿਆ ਹੈ ਕਿ ਸੈਕੰਡਰੀ ਤੋਂ ਬਾਅਦ ਦੇ ਵਸਨੀਕਾਂ ਲਈ ਟੀਕਾ ਲਾਉਣ ਦੇ ਨਾਲ ਟੀਕੇ ਦੀ ਮਾਤਰਾ 'ਚ ਕਾਫੀ ਵਾਧਾ ਹੋਵੇਗਾ। ਉਹ ਲੋਕ ਜਿਨ੍ਹਾਂ ਨੂੰ ਮੈਡੀਕਲ ਜਾਂ ਓਨਟਾਰੀਓ ਹਿਊਮਨ ਰਾਈਟਸ ਕੋਡ ਦੇ ਅਧੀਨ ਹੋਰ ਸੁਰੱਖਿਅਤ ਆਧਾਰਾਂ ਦੇ ਲਈ ਟੀਕਾ ਨਹੀਂ ਲਗਾਇਆ ਜਾ ਸਕਦਾ, ਉਹ ਰਿਹਾਇਸ਼ ਦੀ ਬੇਨਤੀ ਕਰ ਸਕਦੇ ਨੇ। ਮੈਕੀ ਨੇ ਇੱਥੋਂ ਤੱਕ ਸੁਝਾਅ ਵੀ ਦਿੱਤਾ ਹੈ ਕਿ ਯੂਨੀਵਰਸਿਟੀ ਕੋਵਿਡ-19 ਵਿਰੁੱਧ ਟੀਕਾਕਰਨ ਦੇ ਸਬੂਤ ਤੇ ਵਿਚਾਰ ਕਰੇ ਜੋ ਤੁਹਾਡੇ ਨਿਵਾਸ ਸਥਾਨਾਂ ਦੇ ਸਾਰੇ ਵਸਨੀਕਾਂ ਲਈ ਲਾਜ਼ਮੀ ਹੈ। ਓਨਟਾਰੀਓ ਦੇ ਸਕੂਲ ਵਿਦਿਆਰਥੀਆਂ ਦੇ ਟੀਕਾਕਰਨ ਐਕਟ ਤੇ ਇਸ ਦੇ ਨਾਲ ਜੁੜੇ ਨਿਯਮ ਲਾਜ਼ਮੀ ਤੌਰ ਤੇ ਟੀਕਾਕਰਨ ਨੀਤੀ ਦੀ ਉਦਾਹਰਨ ਦਿੰਦੇ ਨੇ। ਮੈਕੀ ਨੇ ਲਿਖਿਆ, ਓਨਟਾਰੀਓ ਦੇ ਸਕੂਲਾਂ ਦੇ ਵਿੱਚ ਇਹਨਾਂ ਲਾਜ਼ਮੀ ਟੀਕਿਆਂ ਦੇ ਲਈ ਟੀਕਾਕਰਨ ਦੀਆਂ ਦਰਾਂ ਦੇ ਵਿੱਚ ਸਭ ਤੋਂ ਉੱਚਾ ਵਾਧਾ ਹੈ। ਯੂਨੀਵਰਸਿਟੀ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਕੈਂਪਸ ਵਿੱਚ ਰਹਿਣ ਦੀ ਉਮੀਦ ਕਰ ਰਹੇ ਵਿਦਿਆਰਥੀਆਂ ਨੂੰ ਵਧੇਰੇ ਜਾਣਕਾਰੀ ਮਿਲੇਗੀ। ਸੈਪਰਡ ਨੇ ਕਿਹਾ ਹੈ ਕਿ ਸਾਰੇ ਭਾਈਚਾਰੇ ਦੀ ਸਿਹਤ ਸਾਂਝੀ ਜ਼ਿੰਮੇਵਾਰੀ ਹੈ। ਅਸੀਂ ਵਿਦਿਆਰਥੀਆਂ ਨੂੰ ਆਪਣੇ ਦੋਸਤ, ਸਹਿਪਾਠੀ ਤੇ ਕਮਿਊਨਿਟੀ ਨੂੰ ਸੁਰੱਖਿਅਤ ਤੇ ਤੰਦਰੁਸਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਕਹਿ ਰਹੇ ਹਾਂ। ਰਿਹਾਇਸ਼ ਤੋਂ ਬਾਹਰ ਰਹਿਣ ਵਾਲਿਆਂ ਨੂੰ ਯੂਨੀਵਰਸਿਟੀ ਕੈਂਪਸ ਜਿੰਨਾ ਜਲਦੀ ਹੋ ਸਕੇ ਟੀਕਾ ਲਗਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ। ਕੈਂਪਸ ਟੀਕਾਕਰਨ ਕਲੀਨਿਕ ਇਸ ਗਰਮੀ ਤੱਕ ਖੁੱਲੇਗਾ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਹ ਸਿਹਤ ਤੇ ਸੁਰੱਖਿਆ ਉਪਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਨਾਲ ਜਾਰੀ ਰਹੇਗੀ ਕਿਉਂਕਿ ਇਹ ਗਿਰਾਵਟ ਦੀ ਮਿਆਦ ਦੀ ਤਿਆਰੀ ਕਰ ਰਹੀ ਹੈ ਜਿਸ ਦੇ ਵਿੱਚ ਸ਼ਾਮਿਲ ਹੈ ਮਾਸਕਿੰਗ ਤੇ ਸਵੈ ਜਾਂਚ ਦੀਆਂ ਜ਼ਰੂਰਤਾਂ, ਇਮਾਰਤਾਂ 'ਚ ਸਫਾਈ ਤੇ ਹਵਾਦਾਰੀ 'ਚ ਵਾਧਾ, ਇੱਕ ਕੈਂਪਸ ਟੈਸਟਿੰਗ ਤੇ ਟੀਕਾਕਰਨ ਕੇਂਦਰ ਤੇ ਸਰੀਰਕ ਦੂਰੀਆਂ। ਸੈਪਰਡ ਨੇ ਕਿਹਾ ਹੈ ਕਿ ਯੋਜਨਾਵਾਂ ਸੂਬਾਈ ਜਾਂ ਜਨਤਕ ਸਿਹਤ ਦੀਆਂ ਜ਼ਰੂਰਤਾਂ ਦੇ ਆਧਾਰ ਤੇ ਬਦਲ ਵੀ ਸਕਦੀਆਂ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਬ੍ਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਨੇ ਕੈਨੇਡਾ ਦੇ ਅੰਦਰ ਕਰੋਨਾ ਵੈਕਸੀਨ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਦੇ ਵਿੱਚ ਲੰਘੇ ਹਫ਼ਤੇ 16 ਤੋਂ ਉੱਪਰ ਉਮਰ ਜਿਹੜੇ ਨੇ ਉਹ 60% ਬਸ਼ਿੰਦਿਆਂ ਨੇ ਵੈਕਸੀਨ ਦੀ ਪਹਿਲੀ ਖੁਰਾਕ ਹਾਸਲ ਕਰ ਲਈ ਹੈ। ਨਾਲ ਹੀ ਉਹਨਾਂ ਦੱਸਿਆ ਕਿ ਪੀਲ ਰੀਜਨ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਨਾਗਰਿਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ। Sharing an important milestone that deserves to be acknowledged and celebrated. And that is that as of this past weekend, more than 60% of Canadians over the age of 16 have received at least one dose of a vaccine. Another significant milestone in our community is that over 1 million first doses have been administered in the region of Peel. And I just want to take a moment just to thank all the people who have made this milestone possible and made it a reality. From governments working together, from our federal government, who's procured over 25 million doses so far, to Peel Public Health, to our hospital partners, to healthcare professionals, pharmacists, nurses, doctors administering vaccines, and to community leaders and volunteers that are stepping up. It is because of your hard work and your dedication that has made Canada a leader in vaccinations on the international stage and third most vaccinated country in the G20. Moving forward, Canada will continue to receive millions of vaccines every week. And by the end of the summer, every single Canadian who wants a vaccine will be able to get one. As Mayor has mentioned, as a proud registered nurse myself, I've been spending my weekends at clinics in Brampton vaccinating community members. And I have to tell you, it has been so inspiring to see so many Brampton residents doing the right thing, stepping up and getting vaccinated. So to all of you that have gotten your vaccine, thank you for doing your part in keeping our community protected in the fight against COVID-19. What's even more exciting is that over the weekend, we started to vaccinate youth age 12 and older. And I can't tell you how inspiring it has been to see young Canadians in our community stepping up to book their vaccine and proudly taking their shot. So if you're over the age of 12 and up, you can book your appointment, as Amir has said, do your part, get your shot. It is easy, quick, and it will get us that much closer
to beating COVID-19. ਉਧਰ ਮਿਸਿਸਾਗਾ ਦੀ ਮੇਅਰ ਬੋਨੀ ਕਰੋਂਬੀ ਦੇ ਵੱਲੋਂ ਆਊਟਡੋਰ ਪਾਬੰਦੀਆਂ ਹਟਾਉਣ ਦਾ ਸਵਾਗਤ ਕੀਤਾ ਗਿਆ। ਉਹਨਾਂ ਆਖਿਆ ਕਿ ਇਸ ਸਦਕਾ ਲੋਕ ਦੁਬਾਰਾ ਤੋਂ ਖੇਡ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈ ਸਕਦੇ ਨੇ, ਜਿਨ੍ਹਾਂ ਪ੍ਰੀਮੀਅਰ ਦਾ ਵੀ ਇਸ ਦੇ ਲਈ ਧੰਨਵਾਦ ਕੀਤਾ। ਮੇਅਰ ਨੇ ਦੱਸਿਆ ਕਿ ਅਪੀਲ ਵਿੱਚ 70% ਅਡਲਟ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ ਹੁਣ ਇਸ ਅੰਕੜੇ ਨੂੰ ਇਸ ਮਹੀਨੇ ਦੇ ਅੰਤ ਤੱਕ 75% ਤੱਕ ਲੈ ਕੇ ਜਾਣਗੇ। I was so thankful and relieved that last week the province decided to lift restrictions on outdoor recreation, meaning that residents and families could finally play basketball, soccer, golf, tennis, baseball, pickleball, and cricket. And that they could finally make use of our BMX and skateboard parks, as well as our marinas. I want to thank the province for also adding spray pads and splash pads to the list of outdoor amenities that could open, as they weren't originally included. I heard from so many parents who told me that this was so important for them, especially with the warmer weather. The reality is that not everyone has a backyard where their children can cool off by running through the sprinkler. Many of our residents also don't have air conditioning. So this was a real equity issue for me, and along with the other mayors in the province. I strongly advocated for our spray pads and splash pads to open. I had the chance to test one of the water pumps at the spray pad at Jack Darling Park last Friday with the crew and with our great team at Parks and Recreation. And as soon as we turned on the taps, the kids flocked to the spray pad. It was really incredible to see what a magnet it was. I even ran through the water a few times myself. Adults, families, and children needed this. So thank you, Premier. Thank you sincerely to the province for allowing us to open up many of the outdoor recreational amenities. On the vaccine front, we've reached an incredible milestone here in the region of Peel. More than 1 million people have now received their first dose of the vaccine. That's close to 70% of our adult population, 18 plus. And we're on track to reaching our target of getting one dose to at least 75% of our adult population by the end of this month. That is absolutely fantastic news. ਬੁਲੇਟਿਨ ਦੇ ਇਸ ਹਿੱਸੇ ਵਿੱਚ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਐਡਮਿੰਟਨ ਸ਼ਹਿਰ ਤੋਂ। ਇੱਕ ਖਬਰ ਤਾਂ ਇਹ ਹੈ ਜੀ ਵੀ ਕੈਨੇਡੀਅਨ ਡਰਿਲਿੰਗ ਕੰਟਰੈਕਟਰ ਐਸੋਸੀਏਸ਼ਨ ਨੇ ਆਪਣਾ ਨਾਂ ਜਿਹੜਾ ਜੀ ਬਦਲ ਲਿਆ, ਕਿਉਂਕਿ ਜਿਸ ਤਰ੍ਹਾਂ ਦੇ ਢੰਗ ਤਰੀਕੇ ਦੁਨੀਆ ਵਿੱਚ ਇਸ ਵੇਲੇ ਬਦਲ ਰਹੇ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਇਹਨਾਂ ਨੇ ਵੀ ਆਪਣੀ ਐਸੋਸੀਏਸ਼ਨ ਦਾ ਨਾਂ ਜਿਹੜਾ ਜੀ ਬਦਲ ਲਿਆ। ਇਹ ਕੋਈ 72 ਸਾਲਾ ਪੁਰਾਣੀ ਕੈਨੇਡੀਅਨ ਆਇਲ ਪੈਚ ਦੀ ਐਸੋਸੀਏਸ਼ਨ ਸੀ ਜਿਹਨੇ ਹੁਣ ਆਪਣਾ ਨਾਂ ਬਦਲਿਆ ਹੈਗਾ ਤਾਂ ਕਿ ਸਮੇਂ ਦੇ ਨਾਲ ਜਿਹੜੀਆਂ ਤਬਦੀਲੀਆਂ ਆ ਰਹੀਆਂ ਉਹਨਾਂ ਨੂੰ ਇਹ ਰਿਫਲੈਕਟ ਕਰ ਸਕਣ। ਹੁਣ ਇਹਨਾਂ ਨੇ ਜੀ ਕੈਨੇਡੀਅਨ ਐਸੋਸੀਏਸ਼ਨ ਆਫ ਆਇਲ ਵੈਲ ਡਰਿਲਿੰਗ ਕੰਟਰੈਕਟਰਜ਼ ਤੋਂ ਬਦਲ ਕੇ ਇਹਦਾ ਨਾਂ ਕੈਨੇਡੀਅਨ ਐਸੋਸੀਏਸ਼ਨ ਆਫ ਐਨਰਜੀ ਕੰਟਰੈਕਟਰਜ਼ ਰੱਖ ਲਿਆ ਹੈ। ਔਰ ਉਹਨਾਂ ਨੇ ਪਹਿਲਾਂ ਆਪਣੇ ਮੈਂਬਰ ਅਤੇ ਇੰਡਸਟਰੀ ਦੇ ਨਾਲ ਪੂਰਾ ਕੰਸਲਟ ਕਰਨ ਤੋਂ ਬਾਅਦ ਇਹ ਨਾਂ ਬਦਲਿਆ ਗਿਆ ਹੈ। ਔਰ ਇਹ ਜਿਹੜਾ ਨਾਂ ਉਹਨਾਂ ਨੇ ਬਦਲਿਆ ਜੀ ਇਹਦੇ ਪਿੱਛੇ ਤੁਹਾਨੂੰ ਪਤਾ ਵੀ ਹੁਣ ਕਿਉਂਕਿ ਕੈਨੇਡਾ ਨੇ ਜਿਹੜੇ ਆਪਣੇ ਟੀਚੇ ਮਿੱਥੇ ਨੇ ਵੀ ਜਿਹੜੀ ਗੈਸ ਐਮਿਸ਼ਨਜ਼ ਆ ਉਹ ਘਟਾਈਆਂ ਜਾਣ, ਉਹਨਾਂ ਨੂੰ ਲੈ ਕੇ ਪੈਟਰੋਲੀਅਮ ਇੰਡਸਟਰੀ ਜਿਹੜੀ ਸੀਗੀ ਪਿਛਲੇ ਕੁਝ ਸਾਲਾਂ ਤੋਂ ਬੜਾ ਸਟਰਗਲ ਕਰ ਰਹੀ ਸੀਗੀ ਕਿ ਅਸੀਂ ਕਿਵੇਂ ਉਸ ਲੀਹ 'ਤੇ ਆਈਏ। ਪਰ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਜੀ ਦੁਨੀਆ ਦੀਆਂ ਉਹਨਾਂ ਨੇ ਹੁਣ ਇਹ ਬਦਲਣਾ ਸ਼ੁਰੂ ਕਰ ਦਿੱਤਾ। ਪਰ ਅਲਬਰਟਾ ਦੇ ਵਿੱਚ ਵੀ ਇਹਨਾਂ ਨੇ ਕਾਫੀ ਪਹਿਲਾਂ ਨਾਲੋਂ ਚੇਂਜਸ ਲਿਆਂਦੀਆਂ, ਪਰ ਹੁਣ ਜਿਹੜੀਆਂ ਇਹ ਵੱਡੀਆਂ ਕੰਪਨੀਆਂ ਜਿਵੇਂ ਸਨਕੋਰ ਹੈ ਉਹਨਾਂ ਨੇ ਵੀ ਤਬਦੀਲੀਆਂ ਲਿਆਉਣੀਆਂ ਆਰੰਭ ਕੀਤੀਆਂ। ਉਹਦਾ ਕਾਰਨ ਇਹੀ ਆ, ਉਹ ਕਹਿੰਦੇ ਜੀ ਵੀ ਦੇਖੋ ਅਸੀਂ ਸਿਰਫ ਇਹੀ ਨਹੀਂ ਵੀ ਜਿਹੜੇ ਕੈਨੇਡਾ ਨੇ ਟੀਚੇ ਮਿੱਥੇ ਆ ਉਹਨਾਂ ਨੂੰ ਹੀ ਪੂਰੀਆਂ ਕਰਨਾ ਹੈਗਾ, ਪਰ ਅਸੀਂ ਦੁਨੀਆ ਨੂੰ ਵੀ ਲੀਡ ਕਰ ਸਕਦੇ ਹਾਂ। ਉਹ ਕਹਿੰਦੇ ਵੀ ਸਾਡੀ ਜਿਹੜੀਆਂ ਜੜ੍ਹਾਂ ਨੇ ਉਹ ਇੱਥੇ ਬੜੀਆਂ ਡੂੰਘੀਆਂ ਨੇ, ਸੋਲਿਡ ਨੇ, ਔਰ ਸਾਡੇ ਵਿੱਚ ਜਿਹੜੀ
ਇਨੋਵੇਸ਼ਨ ਦੀ ਗੱਲ ਆ, ਇੰਜੀਨਿਊਟੀ ਹੈਗੀ ਆ, ਜਿਹਨੂੰ ਲੈ ਕੇ ਅਸੀਂ ਦੁਨੀਆ ਨੂੰ ਲੀਡ ਕਰ ਸਕਦੇ ਹਾਂ ਇਸ ਫੀਲਡ ਦੇ ਵਿੱਚ। ਸੋ ਕੀ ਕਹਿੰਦੇ ਨੇ, ਕਾਫੀ ਦੇਰ ਤੋਂ ਜਿਹੜੀ ਇਹ ਗੱਲ ਚੱਲੀ ਆ ਰਹੀ ਸੀਗੀ ਜੀ, ਔਰ ਅਲਬਰਟਾ ਹਮੇਸ਼ਾ ਹੀ ਇਸ ਗੱਲ ਦੇ ਥੋੜ੍ਹਾ ਜਿਹਾ ਵਿਰੋਧ ਕਰਦਾ ਰਿਹਾ, ਪਰ ਹੁਣ ਲੱਗਦਾ ਹੈ ਵੀ ਉਹ ਜਿਹੜੀਆਂ ਵੱਡੀਆਂ ਆਇਲ ਕੰਪਨੀਆਂ ਹੈਗੀਆਂ ਸਾਰੀਆਂ, ਉਹ ਵੀ ਲੀਹ 'ਤੇ ਆਉਣ ਲੱਗੀਆਂ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀ ਗੱਲਬਾਤ ਜਿਹੜੀ ਹੈ ਜੀ ਪਤਾ ਲੱਗ ਜਾਏਗਾ, ਕਿਉਂਕਿ ਜਿਹੜਾ ਡਰਿਲਿੰਗ ਦੇ ਆਪਰੇਸ਼ਨ ਸੀਗੇ ਪਿਛਲਿਆਂ ਸਾਲਾਂ ਵਿੱਚ ਕਾਫੀ ਘੱਟ ਗਏ ਸੀਗੇ, ਔਰ ਉਦੋਂ ਬਾਅਦ ਪੈਂਡੈਮਿਕ ਆਰੰਭ ਹੋ ਗਿਆ। ਇਹਦਾ ਕਰਕੇ ਬਿਲਕੁਲ ਹੀ ਕੰਮ ਜਿਹੜਾ ਸੀ ਜੀ ਉੱਥੇ ਡਰਿਲਿੰਗ ਦਾ ਖੜ੍ਹ ਗਿਆ ਸੀ, ਪਰ ਹੁਣ ਲੱਗਦਾ ਹੈ ਵੀ ਇਸ ਅਨਾਊਂਸਮੈਂਟ ਦੇ ਨਾਲ ਜਿਹੜਾ ਹੈ ਇਹਦੇ ਵਿੱਚ ਫਿਰ ਦੁਬਾਰਾ ਹਿਲਜੁਲ ਹੋਣੀ ਸ਼ੁਰੂ ਹੋਵੇਗੀ। ਔਰ ਜਿਹੜੇ ਮਿਨਿਸਟਰ ਨੇ, ਫੈਡਰਲ ਮਿਨਿਸਟਰ, ਉਹ ਨਿਊਫਨਲੈਂਡ ਦੇ ਵਿੱਚ ਜਿਹੜਾ ਉਹਨਾਂ ਦਾ ਇਲਾਕਾ, ਉੱਥੋਂ ਉਹਨਾਂ ਨੇ ਜਿਹੜਾ ਵਰਚੁਅਲ ਮੀਟਿੰਗ ਕੀਤੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਬਹੁਤ ਹੀ ਵਧੀਆ ਗੱਲ ਹੈ ਵੀ ਇਕੱਲਾ ਉਹਨਾਂ ਨੇ ਨਾਂ ਹੀ ਨਹੀਂ ਚੇਂਜ ਕੀਤਾ, ਬਲਕਿ ਇੱਕ ਜਿਹੜੀ ਸੋਚਣੀ ਆ ਉਹਦੇ ਵਿੱਚ ਬਦਲਾਅ ਹੈ। ਔਰ ਇਸੇ ਤਰ੍ਹਾਂ ਹੀ ਅਲਬਰਟਾ ਦੀ ਜਿਹੜੀ ਮਿਨਿਸਟਰ ਹੈ ਸੋਨੀਆ ਸਾਵੇਜ, ਉਹਨਾਂ ਨੇ ਵੀ ਇਹ ਵੈਲਕਮ ਮੂਵ ਕਹੀ ਆ, ਔਰ ਉਹਨਾਂ ਕਿਹਾ ਵੀ ਇਹਦੇ ਵਿੱਚ ਬਹੁਤ ਸਾਰੀਆਂ ਅਗਾਂਹ ਨੂੰ ਜਿਹੜੀਆਂ ਇਕਨੋਮਿਕ ਅਪਰਚੂਨਿਟੀਜ਼ ਹੈਗੀਆਂ ਉਹ ਅਵੇਲੇਬਲ ਹੋ ਸਕਦੀਆਂ ਨੇ ਅਲਬਰਟਨਸ ਨੂੰ। ਸੋ ਇੱਕ ਖਬਰ ਤਾਂ ਇਹ ਸੀ ਜੀ, ਔਰ ਦੂਸਰੀ ਖਬਰ ਇਹ ਵੀ ਆ ਕਿ ਜਿਹੜੀ ਜੀ ਸਨਕੋਰ ਐਨਰਜੀ ਕੰਪਨੀ ਹੈਗੀ ਆ, ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਨੈਟ ਜ਼ੀਰੋ ਬਾਈ 2050 ਤਾਈਂ ਜਿਹੜਾ ਅਡੋਪਟ ਕਰ ਲੈਣਾ ਗੈਸ ਐਮਿਸ਼ਨ ਦੇ ਜਿਹੜੇ ਟਾਰਗੇਟ ਹੈਗੇ ਆ 2050 ਤਾਈਂ, ਯਾਨੀ ਕਿ ਪਹਿਲਾਂ ਥੋੜ੍ਹਾ ਸਮਾਂ ਹੋਰ ਲੱਗਣਾ ਸੀਗਾ, ਪਰ ਉਹਨਾਂ ਨੇ ਵੀ ਆਪਣੇ ਟਾਰਗੇਟ ਅਗਾਂਹ ਮੂਵ ਕਰ ਲਏ, ਯਾਨੀ ਕਿ ਛੇਤੀ ਕਰ ਦਿੱਤੇ ਜਾਣਗੇ ਪੂਰੇ। ਔਰ ਇੱਕ ਜਿਹੜੀ ਪ੍ਰੋਬਲਮ ਅਲਬਰਟਾ ਦੇ ਵਿੱਚ ਆ ਰਹੀ ਹੈ ਜੀ, ਉਹ ਹੈਗੀ ਆ ਓਪੀਐਡ ਕ੍ਰਾਈਸਿਸ। ਬਹੁਤ ਸਾਰੀਆਂ ਜਿਹੜੀਆਂ ਇੱਥੇ ਮੌਤਾਂ ਹੁੰਦੀਆਂ ਨੇ, ਜਿਹੜੇ ਲੋਕ ਓਵਰਡੋਜ਼ ਕਰ ਜਾਂਦੇ ਨੇ। ਇਸੇ ਤਰ੍ਹਾਂ ਦੀ ਇੱਕ ਕਹਾਣੀ ਪਿੱਛੇ ਜਿਹੇ ਇੱਥੇ ਸਾਹਮਣੇ ਆਈ ਜੀ। ਇੱਕ ਵਿਅਕਤੀ ਹੈ, ਜਮਾਲ ਔਲ ਉਹਦਾ ਨਾਂ ਆ। ਉਹ ਡਾਊਨਟਾਊਨ ਦੇ ਵਿੱਚ ਇੱਕ ਪਾਰਕ ਜਿੱਥੇ ਜਾ ਕੇ ਬੈਠਦੇ ਸੀਗੇ, ਉੱਥੇ ਉਹਦੇ ਦੋਸਤ 2-3 ਮਿੱਤਰ ਹੋਰ ਸੀਗੇ ਜੀ। ਉਹ ਕਹਿੰਦਾ ਵੀ ਮੈਂ ਉਹਨਾਂ ਨੂੰ ਇੱਕ ਦਿਨ ਮਿਲਣ ਜਾਣਾ ਸੀਗਾ ਉੱਥੇ ਪਾਰਕ ਵਿੱਚ, ਪਰ ਮੇਰੇ ਤੋਂ ਜਾ ਨਹੀਂ ਹੋਇਆ। ਉਹਨਾਂ ਨੇ ਕਹਿੰਦਾ ਮੈਨੂੰ ਸੱਦਿਆ ਸੀ ਵੀ ਤੁਸੀਂ ਇੱਥੇ ਆਓ ਬੀਅਰ ਪੀਣ ਲਈ, ਪਰ ਕਹਿੰਦਾ ਮੈਂ ਗਿਆ ਨਹੀਂ ਕਿਉਂਕਿ ਮੈਂ ਹੁਣ ਛੱਡ ਚੁੱਕਾ। ਅਤੇ ਹੋਇਆ ਕੀ, ਕਹਿੰਦਾ ਉਦੋਂ ਬਾਅਦ ਮੈਂ ਥੋੜ੍ਹੇ ਦਿਨਾਂ ਬਾਅਦ ਉੱਥੇ ਉਹਨਾਂ ਨੂੰ ਜਦੋਂ ਮਿਲਣ ਗਿਆ, ਅਤੇ ਇੱਕ ਵਿਅਕਤੀ ਦੀ ਗਰਲਫਰੈਂਡ ਜਿਹੜੀ ਸੀ ਉਹ ਬੈਂਚ ਤੋਂ ਥੱਲੇ ਡਿੱਗੀ ਸੀਗੀ। ਜਦ ਮੈਂ ਉੱਥੇ ਨੇੜੇ ਹੋ ਕੇ ਦੇਖਿਆ ਤਾਂ ਕਹਿੰਦਾ 3 ਵਿਅਕਤੀ ਉੱਥੇ ਡਿੱਗੇ ਪਏ ਸੀਗੇ, ਔਰ ਉਹਦੇ ਕਹਿਣ ਮੁਤਾਬਕ ਕਿ 3 ਵਿਅਕਤੀ ਇੱਕਦਮ ਜਿਹੜੇ ਨੇ ਚਲੇ ਗਏ ਨੇ। ਹਾਲਾਂਕਿ ਪੁਲਿਸ ਔਰ ਦੂਸਰੇ ਡਿਪਾਰਟਮੈਂਟ ਜਿਹੜੇ ਆ ਜੀ ਸਿਹਤ ਸੇਵਾਵਾਂ ਵਾਲੇ, ਉਹ ਕਹਿੰਦੇ ਜੀ ਵੀ ਅਸੀਂ ਇਹ ਗੱਲ ਜਿਹੜੀ ਆ ਦੱਸ ਨਹੀਂ ਸਕਦੇ, ਪ੍ਰਾਈਵੇਸੀ ਦਾ ਮਸਲਾ ਆ ਜਾਂਦਾ। ਪਰ ਜਿਹੜੇ ਮਰਿਆ ਹੋਇਆਂ ਦੇ ਤਿੰਨਾਂ ਦੇ ਦੋਸਤ ਨੇ, ਉਹਨਾਂ ਨੇ ਦੱਸਿਆ ਕਿ ਉਹ ਸਾਰੇ ਲੋਕ ਜਿਹੜੇ ਆ ਓਵਰਡੋਜ਼ ਦੇ ਨਾਲ ਮਰੇ ਨੇ। ਔਰ ਇੱਕ ਔਰਤ ਜਿਹਦਾ ਬੇਟਾ ਵੀ ਇਸੇ ਤਰ੍ਹਾਂ ਹੀ ਓਵਰਡੋਜ਼ ਨਾਲ ਮਰ ਗਿਆ ਸੀ, ਉਹਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਆ ਉਹ ਇਸ ਪਾਸੇ ਵੱਲ ਨੂੰ ਜ਼ਿਆਦਾ ਕੰਮ ਨਹੀਂ ਕਰ ਰਹੀ। ਉਹ ਕਹਿੰਦੇ ਵੀ ਉਹਨਾਂ ਸਿਰਫ ਸਰਕਾਰ ਨੇ ਇਹ ਸੇਫ ਸਾਈਟਸ ਬਣਾ ਦਿੱਤੀਆਂ ਵੀ ਉੱਥੇ ਜਾ ਕੇ ਉਹ ਡੋਜ਼ ਲੈ ਸਕਦੇ ਆ, ਪਰ ਜਿਹੜੀ ਆਹ ਗੱਲਬਾਤ ਹੋ ਰਹੀ ਹੈ ਵੀ ਜਿਹੜੀ ਸਪਲਾਈ ਆ ਰਹੀ ਹੈ ਨਾ, ਬੜੀ ਡੇਂਜਰਸ ਆ ਕਈ ਵਾਰੀ, ਔਰ ਉਹ ਜਿਹੜੇ ਲੋਕ ਓਵਰਡੋਜ਼ ਕਰ ਜਾਂਦੇ ਆ ਅਤੇ ਉਹਨਾਂ ਦੀਆਂ ਮੌਤਾਂ ਬੜੀ ਤੇਜ਼ੀ ਨਾਲ ਹੋ ਰਹੀਆਂ ਔਰ ਜ਼ਿਆਦਾ ਹੋ ਰਹੀਆਂ। 2019 ਦੇ ਮੁਕਾਬਲੇ 'ਚ 2020 ਤੱਕ ਡਬਲ ਇਹ ਜੀ ਹੋ ਚੁੱਕੀਆਂ ਸੀਗੀਆਂ ਮੌਤਾਂ ਜਿਹੜੀਆਂ ਨੇ। ਪਹਿਲਾਂ 500 ਕੋਈ ਸੀ, ਔਰ ਫਿਰ 2020 ਤੱਕ ਉਹ 1100 ਅਤੇ 44 ਦੇ ਕਰੀਬ ਮੌਤਾਂ ਹੋਈਆਂ ਨੇ। ਸੋ ਉਹਨਾਂ ਦੀ ਸਰਕਾਰ ਨੂੰ ਬੇਨਤੀ ਆ ਕਿ ਸਰਕਾਰ ਜਿਹੜੀ ਆ ਉਹ ਇਸ ਪਾਸੇ ਵੱਲ ਨੂੰ ਧਿਆਨ ਦੇਵੇ, ਔਰ ਜਿਹੜੇ ਲੋਕ ਇਸ ਤਰ੍ਹਾਂ ਮਰ ਰਹੇ ਨੇ ਉਹਨਾਂ ਮਤਲਬ ਕਿਉਂਕਿ ਉਹ ਕਹਿੰਦੀ ਇਹ ਜਿਹੜੀਆਂ ਡੈਥ ਨੇ ਇਹ ਪ੍ਰੀਵੈਂਟੇਬਲ ਆ, ਇਹਨਾਂ ਨੂੰ ਬਚਾਇਆ ਜਾ ਸਕਦਾ। ਸੋ ਸਰਕਾਰਾਂ ਨੂੰ ਉਪਰਾਲਾ ਜਿਹੜਾ ਜ਼ਰੂਰ ਕਰਨਾ ਚਾਹੀਦਾ, ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।